एक बहुत बड़ा सीरीਅस इशू ਜਿਹੜੀ FIR 28/12/2022 ਨੂੰ ਸਰਦਾਰ ਮਨਜੀਤ ਸਿੰਘ ਜੀਕੇ ਦੇ ਉੱਪਰ ਹੋਈ ਹੈ, ਜਿਹੜੀ ਕੰਪਲੇਂਟ ਸਰਦਾਰ ਜਗਦੀਪ ਸਿੰਘ ਕਾਲੋ ਨੇ ਕੀਤੀ ਸੀ ਉਹਦੇ ਪ੍ਰਤੀ, ਔਰ ਜਿਹੜੀਆਂ ਧਾਰਾਵਾਂ ਲੱਗੀਆਂ 409 420 467 468 471 ਔਰ 120B, ਇਹ ਧਾਰਾਵਾਂ ਜਿਹੜੀਆਂ ਨੇ ਅਮਾਨਤ ਵਿੱਚ ਖਿਆਨਤ ਦੀਆਂ, ਧੋਖਾਧੜੀ ਦੀਆਂ, ਚੋਰੀ ਦੀਆਂ, ਇਹ ਸਾਰੀਆਂ ਉਹ ਧਾਰਾਵਾਂ ਲੱਗੀਆਂ ਨੇ ਜਿਹੜਾ ਕੰਪਲੇਂਟ ਹੋਈ ਸੀ ਉਹਦੇ ਅਗੇਂਸਟ। ਔਰ ਕੰਪਲੇਂਟ ਸੀ कि ਜਿਹੜੇ 10 ਲੱਖ ਰੁਪਏ ਦਾ ਇੱਕ ਵੋਚਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਪਾਇਆ ਗਿਆ, GTBIT ਦਾ ਜਿਹੜਾ ਇੰਸਟੀਚਿਊਟ ਦੇ ਨਾਮ ਦੇ ਉੱਤੇ, ਉਹਦੇ EMPLOYE ਦੇ ਨਾਮ ਦੇ ਉੱਤੇ, ਜਿਹਨੇ ਡਿਨਾਈ ਕੀਤਾ ਕਿ ਮੇਰੇ ਕੋਲ ਕੋਈ ਪੈਸੇ ਨਹੀਂ ਆਏ, ਕਿਉਂਕਿ ਕਿਸੇ ਵੀ EMPLOYE ਨੂੰ ਕੋਈ ਬੰਦਾ ਦੇਣ ਦੇ ਪੈਸੇ ਹੱਕਦਾਰ ਨਹੀਂ ਹੈ। ਦਿੱਲੀ ਕਮੇਟੀ 'ਚੋਂ 10,000 ਤੋਂ ਉੱਪਰ ਪੈਸੇ ਕੈਸ਼ ਨਹੀਂ ਕੋਈ ਦੇ ਸਕਦਾ, ਮਗਰ 10-10 ਲੱਖ ਰੁਪਏ ਦੀਆਂ ਇਹੋ ਜਿਹੀਆਂ 50-50 ਲੱਖ ਰੁਪਏ ਦੀਆਂ ਪਹਿਲੇ ਵੀ ਜਿਹੜੀਆਂ FIR ਚੱਲ ਰਹੀਆਂ, ਮਗਰ ਲੇਟੈਸਟ ਜਿਹੜੀ FIR ਹੋਈ ਹੈ ਉਹ ਸੰਗਤ ਤੱਕ ਪਹੁੰਚਾਉਣ ਵਾਸਤੇ ਅੱਜ ਅਸੀਂ ਇਹ ਦਸੀਏ, ਕਿਉਂਕਿ ਇਹੀ ਲੋਕ ਕੱਲ ਸਾਡੇ ਮੀਡੀਆ ਦੇ ਵਿੱਚ ਖੜੇ ਹੋ ਕੇ ਸਾਨੂੰ ਕਹਿੰਦੇ ਨੇ ਕਿ ਜਿਹੜੀਆਂ ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ ਜਾਂ ਪ੍ਰਬੰਧ ਠੀਕ ਨਹੀਂ ਚੱਲ ਰਹੇ ਆ ਪ੍ਰਬੰਧਾਂ ਦੇ ਵਿੱਚ, ਇਸੇ ਕਰਕੇ ਕਿ ਕਰੋੜਾਂ ਰੁਪਈਆ ਤੁਸੀਂ ਗੁਰਦੁਆਰਾ ਕਮੇਟੀਆਂ ਦੇ ਲੁੱਟ ਕੇ ਲੈ ਗਏ ਔਰ ਆਪਣੇ ਘਰਾਂ ਦੇ ਵਿੱਚ ਤੁਸੀਂ ਉਹ ਪੈਸੇ ਲੈ ਗਏ, ਤੇ ਅੱਜ ਉਹਨਾਂ ਕਰਕੇ ਅੱਜ ਤੁਹਾਡੇ ਤੇ FIR ਹੋ ਰਹੀ ਹੈ। ਸੋ ਇਸ ਸੰਗਤ ਨੂੰ ਜਾਣੂ ਕਰਾਉਣ ਵਾਸਤੇ ਅੱਜ ਅਸੀਂ ਖਾਸ ਤੌਰ ਤੇ ਤੁਹਾਨੂੰ ਸਾਰਿਆਂ ਨੂੰ ਸੱਦਿਆ। ਜਗਦੀਪ ਸਿੰਘ ਕਾਲੋ ਜਿਸ ਵਕਤ ਉਹ ਜਨਰਲ ਸੈਕਟਰੀ ਨਹੀਂ ਸੀ, ਉਸ ਤੋਂ ਪਹਿਲੇ ਦੀ ਉਹਨਾਂ ਦੀ ਇਹ ਕੰਪਲੇਂਟ ਹੋਈ ਹੈ, ਔਰ ਉਹ ਐਜ਼ ए ਮੈਂਬਰ ਉਹਨਾਂ ਨੇ ਇਹ ਕੰਪਲੇਂਟ ਕਰਾਈ ਸੀ ਜਿਹਦੇ ਖਿਲਾਫ ਹੋਈ ਹੈ। ਔਰ ਤੁਸੀਂ ਦੇਖ ਸਕਦੇ ਹੋ ਸਰਦਾਰ ਜਗਦੀਪ ਸਿੰਘ ਔਰ ਉਹਨਾਂ ਦੇ ਸਨ ਆਫ ਸਰਦਾਰ ਸੁਰਜੀਤ ਸਿੰਘ, ਸਰਦਾਰ ਮਨਜੀਤ ਸਿੰਘ ਜੀਕੇ ਦੇ ਖਿਲਾਫ ਹੋਈ ਹੈ। ਉਹ ਪੈਸੇ ਜਿਹੜਾ ਕਿਸੇ ਦਾ ਇਖਤਿਆਰ ਨਹੀਂ ਕਿ 10-10 ਲੱਖ ਰੁਪਏ ਇੱਕ ਸਿੰਗਲ ਵੋਚਰ ਦੇ ਉੱਤੇ ਇੱਥੋਂ ਕਢਾ ਕੇ ਭੇਜਤਾ ਗਿਆ ਔਰ ਨਾਮ ਚੜਾਤਾ ਗਿਆ GTBIT ਦੇ ਕਿਸੇ EMPLOYE ਦਾ, ਨਾ ਕੋਈ ਉਸ ਤੇ EMPLOYE ਦੀ ਕਿਸੇ ਦੀ ਕੋਈ ਐਕਸੈਪਟੈਂਸ ਹੈ ਔਰ ਨਾ ਹੀ ਕਿਸੇ ਨੇ ਕੋਈ ਪੈਸਾ ਇੱਥੋਂ ਗਏ। पैसा कितने गया है ਇਹਦੀ ਜਵਾਬਦਾਰੀ ਸਰਦਾਰ ਮਨਜੀਤ ਸਿੰਘ ਜੀ ਕੇ ਦੱਸ ਸਕਦੇ हैं। क्या कोई के साइन के ऊपर ये वोचर साइन हुआ है, नाल ਜਿਹੜਾ ਜਨਰਲ ਮੈਨੇਜਰ ਸੀ ਉਸ ਵਕਤ ਉਹਦੇ ਸਾਈਨ ਹੋ ਰੱਖੇ ਨੇ, ਉਹਦੇ ਇਲਾਵਾ ਕਿਸੇ ਦੇ ਸਾਈਨ ਦੀ ਲੋੜ ਨਹੀਂ ਹੁੰਦੀ, ਕਿਉਂਕਿ ਅਮੂਮਨ ਇਹ ਪ੍ਰੈਕਟਿਸ 10,000 ਰੁਪਏ ਤੱਕ ਦੀ ਹੈ। ਜੇ 10-10 ਲੱਖ ਰੁਪਏ ਕਢਾਣਗੇ ਤੇ ਪ੍ਰੋਸੈਸ ਤੇ ਸਾਰਾ ਹੋਣਾ ਚਾਹੀਦਾ ਸੀ, ਉਹੀ ਪ੍ਰੋਸੈਸ ਨਹੀਂ ਹੋਇਆ ਜਿਹਦੇ ਕਰਕੇ ਇਹ ਸ਼ੱਕ ਸ਼ੁਬਾ 'ਚ ਆਇਆ। ਔਰ ਜਿਸ ਵਕਤ ਸਾਰੇ ਪੇਪਰ ਖੰਗਾਲੇ ਗਏ ਤੇ ਉਹਦੇ ਚੋਂ ਨਿਕਲ ਕੇ ਆਇਆ ਔਰ EOE ਡਿਪਾਰਟਮੈਂਟ ਨੇ ਜਿਹੜਾ FIR ਦਰਜ ਕੀਤੀ ਹੈ 3 ਸਾਲ ਦੀ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ। 2019 ਦੇ ਵਿੱਚ ਕੰਪਲੇਂਟ ਦਰਜ ਹੋਈ ਸੀ ਔਰ ਅੱਜ 2022 ਦੇ ਆਖਿਰ ਦੇ ਵਿੱਚ 28 ਤਰੀਕ ਨੂੰ ਇਹ FIR ਰਜਿਸਟਰ ਹੋਈ ਹੈ। ਇਹਦਾ ਮਤਲਬ ਜਿਹੜੀ ਇਨਵੈਸਟੀਗੇਸ਼ਨਸ ਉਹਨਾਂ ਨੇ ਕੀਤੀਆਂ ਸਾਰੀਆਂ ਉਹਨਾਂ ਨੂੰ ਕਰੈਕਟ ਪਾਈਆਂ, ਤਾਂ ਹੀ ਉਹਨਾਂ ਨੇ ਇਹਦੇ ਉੱਤੇ ਮੁਕੱਦਮਾ ਦਰਜ ਕੀਤਾ है। उस वक्त जनरल सेक्रेटरी सरदार मनजिंदर सिंह सिरसा होते थे, क्योंकि 2016 की गल है, उनके साइन उस वोचर के ऊपर नहीं है। तो जो जनरल मैनेजर था हरजीत सिंह सूबेदार, उनके साइन हुए हैं इस वोचर के ऊपर। तो सर कोई ऐसी जनरल प्रैक्टिस नहीं है कि कोई पैसा कट के कोई भी कितने तुसी दे सकते हो। और ये अमूमन उस टाइम के विच होया जिस वक्त सरदार मनजीत सिंह जी के आप प्रधान रहे हैं। सो ये सारा कुछ ताई FIR हो रही ने, इसी करके उन्होंने उत्ते हो रही ने कि वह ना वो जवाब दे रहे हैं, ना वो संगत का पैसा वापस कर रहे हैं। फौजे ਜਿਹੜੇ ਵੋਚਰਸ ਨਿਕਲੇ ਨੇ ਜਿਹਦੇ ਵਿੱਚ ਜਿਸ ਵਕਤ ਬਾਹਰ ਜਾਂਦਾ ਸੀ ਕੋਈ ਟਰੁੱਪ, ਉਹਦੇ ਨਾਮ ਦੇ ਉੱਤੇ ਉਹ ਡਾਲਰ ਚੜਾਤੇ ਜਾਂਦੇ ਸੀ। ਇਹੋ ਜੀ ਕੋਈ ਪ੍ਰੈਕਟਿਸ ਨਹੀਂ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੋਈ ਇੱਥੋਂ ਬੰਦਾ ਜਾਏ ਔਰ ਉਹਦੇ ਨਾਮ ਤੇ ਪੈਸੇ ਚੜਾ ਕੇ ਕਿ ਉੱਥੇ ਪ੍ਰਚਾਰ ਪ੍ਰਸਾਰ ਦੀ ਗੱਲ ਕਰੇ, ਬਲਕਿ ਜਿਹੜੇ ਵੀ ਅੱਜ ਤੱਕ ਉਸ ਤੋਂ ਪਹਿਲੇ ਪ੍ਰਬੰਧਕ ਹੋਏ ਨੇ ਉਹ ਜਦ ਬਾਹਰ ਜਾਂਦੇ ਸੀ ਲੋਕ ਉਹਨਾਂ ਨੂੰ ਗੁਰੂ ਘਰ ਦੇ ਨਾਮ ਦੇ ਉੱਤੇ ਡਾਲਰ ਭੇਜਦੇ ਸੀ ਕਿ ਸਾਡੇ ਨਾਮ ਤੇ ਜਾ ਕੇ ਗੁਰਦੁਆਰਾ ਹਰਕ੍ਰਿਸ਼ਨ ਸਾਹਿਬ, ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੇ ਦਰ ਤੇ, ਗੁਰਦੁਆਰਾ ਬੰਗਲਾ ਸਾਹਿਬ, ਗੁਰੂ ਤੇਗ ਬਹਾਦਰ ਸਾਹਿਬ ਦੇ ਸਥਾਨ ਤੇ ਗੁਰਦੁਆਰਾ ਸੀਸਗੰਜ ਸਾਹਿਬ ਜਾ ਕੇ ਸਾਡੇ ਨਾਮ ਦੀਆਂ ਰਸੀਦਾਂ ਕਟਾ ਦੇਣਾ। ਮਗਰ ਇਹ ਪਹਿਲੀ ਵਾਰ ਉਲਟੀ ਗੰਗਾ ਵਈ ਹੈ ਕਿ ਜਾ ਕੇ ਅਮਰੀਕਾ ਕੈਨੇਡਾ ਦੇ ਵਿੱਚ ਡਾਲਰਾਂ ਦੀਆਂ ਰਸੀਦਾਂ ਕੱਟੀਆਂ ਗਈਆਂ। ਰਸੀਦਾਂ ਕੋਈ ਨਹੀਂ ਕੱਟੀਆਂ ਗਈਆਂ, ਨਾਮ ਤੇ ਚੜਾਏ ਗਏ। देखो ये मामला एक 10 लाख रुपए का कैश ट्रांजैक्शन का है, जिहड़ा दिल्ली सिख गुरुद्वारा प्रबंधक कमेटी के अकाउंट के विच एक वॉचर सी मिलिया जिस दा कैश ट्रांजैक्शन हुई है गुरु तेग बहादुर इंजीनियरिंग कॉलेज जो रजौरी गार्डन च है उसका। जदों ये साडे ध्यान दे विच आया उस वेले असीं उत्थे चिट्ठी भी लिखी उत्थों के डायरैक्टर नूं। उन्होंने जिहड़ा इंपलाई सी जिस दे नां दे उत्ते ये वॉचर पाया गया सी उसनूं बुलाया, उसने अपनी सारी इन्वैस्टिगेशन जदों करके दस्सिया कि उसने इस गल नूं डिनाई किया कि मैं इत्थों कोई पैसे नहीं लैके गया। फिर असीं उत्थों दा अकाउंट चैक कराया, उहदे विच भी कोई ट्रांजैक्शन नहीं सी। इस तो बाद असीं दिल्ली पुलिस नूं अपनी कंप्लेंट दित्ती, उस कंप्लेंट की लगातार दिल्ली पुलिस ने इन्वैस्टिगेशन की। फिर ये केस जिहड़ा EOW नूं मार्क होया इकनॉमिक ऑफेंस विंग नूं, और EOW ने जदों सारी इन्वैस्टिगेशन की, स्टेटमेंट्स लईआं, कैशियर की स्टेटमेंट लई, जनरल मैनेजर की लई, इंपलाई की लई, सारा कुछ करन तो बाद
ਜਦੋਂ ਉਹਨਾਂ ਦੀ ਤਸੱਲੀ ਹੋ ਗਈ ਤਾਂ ਉਸ ਤੋਂ ਬਾਅਦ ਉਹਨਾਂ ਨੇ 28 ਦਸੰਬਰ 2022 ਨੂੰ ਇਹ FIR ਜਿਹੜੀ ਆ ਇਹ ਰਜਿਸਟਰਡ ਕੀਤੀ ਆ, ਜਿਹਦੇ 'ਚ 409 467 468 471 120B ਇਹ ਸਾਰੀਆਂ ਫੌਰਜਰੀ ਧੋਖਾਧੜੀ ਦੀਆਂ ਸਾਰੀਆਂ ਧਾਰਾਵਾਂ ਲਗਾ ਕੇ ਇਹ ਸੰਗੀਨ ਜੁਰਮ ਜਿਹੜਾ ਹੋਇਆ ਇਸ ਦੀ ਸਰਦਾਰ ਮਨਜੀਤ ਸਿੰਘ ਜੀਕੇ ਦੇ ਖਿਲਾਫ ਜਿਹੜੀ ਆ FIR ਦਾ ਬਿਲਕੁਲ ਜਿਹੜੀ ਧਾਰਮਿਕ ਆਸਥਾ ਹੈ ਉਸ ਨੂੰ ਜ਼ਰੂਰ ਮੈਂ ਸਮਝਦਾ ਚੋਟ ਲੱਗਦੀ ਹੈ। ਜਿਨ੍ਹਾਂ ਦੀ ਆਸਥਾ ਹੈ, ਜਿਹੜੀ ਸ਼ਰਧਾ ਦੇ ਨਾਲ ਜਿਹੜੀ ਆਪਣੀ ਭੇਟਾ ਦਿੰਦੇ ਆ, ਦਾਨ ਦਿੰਦੇ ਆ, ਪਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਸੀਂ ਇਹ ਕਹਿ ਸਕਦੇ ਹਾਂ ਦਾਅਵੇ ਦੇ ਨਾਲ ਕਿ ਜਦੋਂ ਦਾ ਅਸੀਂ ਇਹ ਸੇਵਾ ਸੰਭਾਲੀ ਹੈ, ਲਗਾਤਾਰ ਅਸੀਂ ਟਰਾਂਸਪੇਰੈਂਸੀ, ਅਸੀਂ ਆਪਣੀ ਇੱਕ ਫਾਈਨਾਂਸ ਕਮੇਟੀ ਜਿਹੜੇ 3 ਰਿਨਾਊਂਡ ਸੀਏ ਆ ਉਹਨਾਂ ਦੀ ਕਮੇਟੀ ਬਣਾਈ ਹੈ। ਗੋਲਕ ਜਿਹੜੀ ਆ ਉਹ ਅਸੀਂ ਟਰਾਂਸਪੇਰੈਂਟ ਗੋਲਕ ਦੀ ਕਾਊਂਟਿੰਗ ਕੀਤੀ ਹੈ, ਜਿਹੜੀ ਕਿ ਹਰ ਕੋਈ ਵੀ ਵਿਅਕਤੀ ਕਿਸੇ ਵੀ ਦੇਸ਼ ਦੇ ਸੰਸਾਰ ਦੇ ਕੋਨੇ ਤੋਂ ਗੋਲਕ ਦੇਖ ਸਕਦਾ ਕਿ ਅੱਜ ਕਿਹੜੀ ਗੋਲਕ ਗਿਣਤੀ ਹੋਣੀ ਹੈ ਔਰ ਉਸ ਦਾ ਕਿਵੇਂ ਗਿਣਤੀ ਹੋ ਰਹੀ ਹੈ, ਕਿੰਨਾ ਗੋਲਕ ਦਾ ਅਮਾਊਂਟ ਹੋਇਆ। ਫਿਰ ਅਸੀਂ ਅਕਾਊਂਟ ਟਰਾਂਸਪੇਰੈਂਟ ਕੀਤੇ ਆ, ਸਾਡੇ ਸੀਏ ਜਿਹੜੇ ਤਿੰਨੋਂ ਕਮੇਟੀ ਹੈ ਉਹ ਹਰ ਇੱਕ ਜਿਹੜਾ ਆਡਿਟ ਕਰਦੀ ਆ। ਸੋ ਅਸੀਂ ਜੋ ਲੋਕ ਪਹਿਲੇ ਮਨਜੀਤ ਸਿੰਘ ਜੀਕੇ ਨੇ ਜਾਂ ਸਰਨਾ ਸਾਹਿਬ ਦੇ ਟਾਈਮ ਤੇ ਜੋ ਕਪਲੇ ਹੋਏ ਆ ਉਹਨਾਂ ਨੂੰ ਅਸੀਂ ਉਹ ਤੇ ਕਪਲੇ ਹੋਏ ਆ, ਉਹ ਤੇ ਉਹਨਾਂ ਤੇ ਤਹਿਕੀਕਾਤ ਹੋਏਗੀ, ਇਨਵੈਸਟੀਗੇਸ਼ਨ ਹੋਏਗੀ। ਲੇਕਿਨ ਜਦੋਂ ਤੋਂ ਸਾਨੂੰ ਸੇਵਾ ਮਿਲੀ ਹੈ, ਸੰਗਤ ਦਾ ਵਿਸ਼ਵਾਸ, ਸੰਗਤ ਦੀ ਸ਼ਰਧਾ ਜਿਹੜੀ ਆ ਉਸ ਨੂੰ ਅਸੀਂ ਬਿਲਕੁਲ ਸਿਰ ਮੱਥੇ ਰੱਖਦੇ ਹਾਂ ਔਰ ਹਰ ਸਮੇਂ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿ ट्रांसपेरेंसी ਨਾਲ काम किया जाए। नहीं, वो कैश मौजूद था, लेकिन सरदार मनजीत सिंह जी के ये भूल जाते हैं कि उन्होंने खुद भूल जाते हैं कि उन्होंने खुद ही एक चिट्ठी भी लिखी RBI ਨੂੰ ਔਰ ਉਸ ਤੋਂ ਬਾਅਦ ਇੱਕ ਐਗਜ਼ੈਕਟਿਵ 'ਚ ਮਤਾ ਵੀ ਪਾਸ ਕੀਤਾ ਸੀ ਜਿਹਦੇ ਵਿੱਚ 38 ਲੱਖ ਰੁਪਇਆ ਜਿਹੜਾ ਹੈ ਪੁਰਾਣੇ ਨੋਟ ਸੀ ਜਿਹੜੇ ਉਹ ਨੋਟ ਉਸ ਅਕਾਊਂਟ ਦੇ ਵਿੱਚ ਆ ਰਹੇ ਸੀ ਔਰ ਉਹ ਪੁਰਾਣੇ ਨੋਟ ਹੈ, ਲੇਕਿਨ ਉਹ ਬਾਰ-ਬਾਰ ਉਸ ਗੱਲ ਦੇ ਉੱਤੇ ਜ਼ੋਰ ਦੇ ਰਹੇ ਸੀ ਕਿ ਪੁਰਾਣੇ ਅਕਾਊਂਟ ਨੋਟ ਜਿਹੜੇ ਆ ਇਹ ਘੱਟ ਹੈ, ਜਦ ਕਿ ਉਹ ਪੁਰਾਣੇ ਨੋਟ ਅਲੱਗ ਪਏ ਹੋਏ ਆ ਔਰ ਉਸ ਇੱਕ ਗਿਣਤੀ ਦੇ ਵਿੱਚ ਹੈ ਜਿਸ ਦੇ ਉੱਤੇ ਸਰਦਾਰ ਮਨਜੀਤ ਸਿੰਘ ਜੀਕੇ ਦੇ ਮਤਾ ਨੰਬਰ ਸ਼ਾਇਦ 8 ਹੈ, ਮੈਂ ਗਲਤ ਨਾ ਹੋਵਾਂ, ਉਹਦੇ ਵਿੱਚ ਉਹ ਗੱਲ ਪਹਿਲੇ ਕਲੀਅਰ ਹੋ ਚੁੱਕੀ ਸੀ। ਇਸ ਕਰਕੇ ਉਹ ਕੋਈ ਇਹੋ ਜਿਹੀ ਕੋਈ ਗੱਲ